ਸਤਿਗੁਰੂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ, ਧੰਨ ਗੁਰੂ ਅਰਜਨ ਦੇਵ ਮਹਾਰਾਜ ਔਰ ਸੰਗਤਾਂ ਨੂੰ ਤਾਰਦੇ ਹੋਏ ਮਾਝੇ ਦੇ ਅੰਦਰ ਸਾਵਣ ਦੇ ਮਹੀਨੇ ਵਿੱਚ ਛਿੰਝਾਂ ਪੈਂਦੀਆਂ ਸਨ। ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਆਪ ਜੀ ਆਗਿਆ ਦਿਓ, ਅਸੀਂ ਛਿੰਝ ਪੈਂਦੀ ਔਰ ਘੋਲ ਹੁੰਦੇ ਅਸੀਂ ਦੇਖ ਆਈਏ। ਕੁਸ਼ਤੀਆਂ ਦੇਖ ਆਈਏ। ਛਿੰਝ, ਕੁਸ਼ਤੀ, ਘੋਲ ਇੱਕੋ ਹੀ ਗੱਲ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਫਿਰ ਇਸ ਦੇ ਪਰਥਾਏ ਉਚਾਰਨ ਕਰਦੇ ਹਨ। ਪੈ ਪਾਏ ਮਨਾਈ ਸੋਏ ਜੀਓ। ਧੰਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ, ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ, ਚਰਨਾਂ ਵਿੱਚ ਪੈ ਕਰਕੇ ਸੋਏ ਕਹੀਏ ਸੁੱਧ ਸਰੂਪ ਨੂੰ। ਜੀਓ, ਹੇ ਪਿਆਰੇ ਜੀ, ਮਨਾਈਏ, ਮੰਨੀਏ, ਪੂਜੀਏ। ਜਿਵੇਂ ਪਹਿਲਵਾਨ ਇੱਕ ਦੂਸਰੇ ਦੇ ਪੈਰਾਂ ਨੂੰ ਪੈਂਦੇ ਹਨ ਢਾਉਣ ਲਈ, ਹੇ ਪਿਆਰੇ ਜੀ, ਅਸੀਂ ਮਨਾਈਏ ਭਾਵ ਮਨਾਉਂਦੇ ਹਾਂ ਮਾਲਕ ਦੇ ਪ੍ਰਮਾਤਮਾ ਨੂੰ, ਜਿਸ ਪਰਮੇਸ਼ਰ ਦੇ ਸਭ ਪਾਏ ਕਹੀਏ ਚਰਨਾਂ ਵਿੱਚ ਪੈਂਦੇ ਹਨ, ਜੋ ਚਰਨ ਸਭਨਾਂ ਦੇ ਨਮਸਕਾਰ ਕਰਨ ਯੋਗ ਹਨ। ਹੇ ਪਿਆਰੇ ਜੀ, ਅਸੀਂ ਉਸਦੇ ਚਰਨੀ ਪੈ ਕਰਕੇ ਮਨਾਈ ਮਨਾਉਂਦੇ ਹਾਂ। ਸਤਿਗੁਰ ਪੁਰਖ ਮਿਲਾਇਆ, ਤਿਸ ਜੇ ਵਡਿਆ ਵਰਨ ਕੋਇ ਜੀਉ ਰਹਾਉ। ਹੇ ਪਿਆਰੇ ਮਾਲਕ ਵਾਹਿਗੁਰੂ, ਸਾਨੂੰ ਸਤਿਗੁਰੂ ਜੀ ਰਾਮਦਾਸ ਜੀ ਦੇ ਪਰਮੇਸ਼ਰ ਪ੍ਰਭੂ ਨਾਲ ਮਿਲਾ ਦਿੱਤਾ ਹੈ। ਜੇਵੜ ਪਰਮੇਸ਼ਰ ਦੇ ਜੇਵੜ ਕੀਏ ਸਮਾਨ ਕੋਈ ਵੀ ਨਹੀਂ ਹੈ। ਗੋਸਾਈ ਮਹੁੰਡਾ ਇਠੜਾ। ਜੋ ਪ੍ਰਿਥਵੀ ਦਾ ਮਾਲਕ ਪਰਮੇਸ਼ਰ ਮਹਿੰਡਾ ਕਹੀਏ ਮੇਰਾ, ਇਠੜਾ ਕਹੀਏ ਪਿਆਰਾ। ਔਰ ਪਰਮੇਸ਼ਰ ਕਿਤਨਾ ਕੁ ਪਿਆਰਾ ਹੈ ਮਹਾਰਾਜ। ਪਾਤਸ਼ਾਹ ਜੀ ਕਹਿੰਦੇ ਹਨ, ਅੰਮ ਅੱਬੇ ਥਾਵਹੋ ਮਿੱਠੜਾ। ਅੰਮ ਕਹੀਏ ਮਾਤਾ ਅਤੇ ਅੱਬੇ ਕਹੀਏ ਪਿਤਾ। ਔਰ ਮੁਸਲਮਾਨਾਂ ਦੇ ਧਰਮ ਵਿੱਚ ਪਿਤਾ ਨੂੰ ਅੱਬਾ ਕਹਿੰਦੇ ਨੇ ਔਰ ਮਾਤਾ ਨੂੰ ਅੰਮ ਕਹਿੰਦੇ ਨੇ। ਪਾਤਸ਼ਾਹ ਜੀ ਕਹਿੰਦੇ ਹਨ, ਪਿਤਾ ਜੀ ਪਰਮੇਸ਼ਰ ਜੀ ਸਾਨੂੰ ਮਿੱਠੜਾ ਪਿਆਰਾ ਹੈ। ਕਿੰਨਾ ਕੁ, ਇੰਨਾ ਕੁ ਪਿਆਰਾ ਹੈ ਕਿ ਜਿਵੇਂ ਮਾਤਾ ਪਿਤਾ ਬੱਚਿਆਂ ਨੂੰ ਪਿਆਰੇ ਹੁੰਦੇ ਨੇ। ਤੇ ਦੂਸਰਾ ਅੰਮ ਅਤੇ ਅੱਬੇ, ਅੰਮ੍ਰਿਤ ਰੂਪੀ ਅਵਿਨਾਸੀ ਪਰਮੇਸ਼ਰ ਹੈ ਜੋ, ਉਹ ਸਾਨੂੰ ਥਾਵਹੋ ਸੁਰਗ ਵੈਕੁੰਠ ਬ੍ਰਹਮ ਲੋਕ ਤੇ ਸੁੱਖਾਂ ਤੋਂ ਵੀ ਪਿਆਰਾ ਹੈ। ਇੰਨਾ ਕੁ ਪਿਆਰਾ ਹੈ ਕਿ ਉਦੋਂ ਵੱਧ ਕੋਈ ਹੋਰ ਪਿਆਰੀ ਚੀਜ਼ ਹੀ ਨਹੀਂ ਹੈਗੀ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਹਨ, ਭੈਣ ਭਾਈ ਸਭ ਸੱਜਣਾ, ਤੁਧ ਜਿਹਾ ਨਾਹੀ ਕੋਇ ਜੀਉ। ਭੈਣਾਂ ਭਰਾਵਾਂ ਤੇ ਸਾਰੇ ਮਿੱਤਰਾਂ ਤੋਂ ਵੀ ਸੱਜਣਾ ਕਹੀਏ ਪਿਆਰਾ ਹੈ ਮਾਲਕ ਵਾਹਿਗੁਰੂ। ਹੇ ਵਾਹਿਗੁਰੂ, ਤੇਰੇ ਵਰਗਾ ਅਲੋਕ ਵਿੱਚ ਪ੍ਰਲੋਕ ਵਿੱਚ ਹੋਰ ਕੋਈ ਨਹੀਂ ਦਿਸਦਾ। ਤੇਰਾ ਹੁਕਮੇ ਸਾਵਣ ਆਇਆ। ਹੇ ਪਰਮੇਸ਼ਰ, ਤੇਰੇ ਹੁਕਮ ਵਿੱਚ ਹੀ ਸਾਡਾ ਸ਼ੌਂਕ ਅਵਸਥਾ ਰੂਪ ਸਾਉਣ ਦਾ ਮਹੀਨਾ ਆਇਆ ਹੋਇਆ ਹੈ। ਮੈਂ ਸਤ ਕਾ ਹਲ ਜੋ ਆਇਆ। ਸਤ ਕਾਹਲ ਪਾਠ ਕਰ ਜਾਂਦੇ ਕਈ ਵਾਰੀ। ਸਤ ਵੱਖਰਾ, ਕਾ ਵੱਖਰਾ, ਹਾਲ ਵੱਖਰਾ। ਹਲ ਏਦਾਂ ਬੋਲਣਾ। ਹੇ ਪਰਮੇਸ਼ਰ, ਮੈਂ ਸਤ ਸੰਤੋਖ ਰੂਪ ਬਲਦ ਲੈ ਕਰਕੇ ਬੁੱਧੀ ਰੂਪ ਧਰਤੀ ਵਿੱਚ ਸਤ ਸਰੂਪ ਪਰਮੇਸ਼ਰ ਦੇ ਗਿਆਨ ਦਾ ਵਿਚਾਰ ਦਾ ਹਲ ਜੋ ਆਇਆ ਕਹੀਏ ਜੋੜਿਆ ਹੈ। ਜਿਸ ਵਕਤ ਜੱਟ ਜ਼ਿਮੀਂਦਾਰ ਬੀਜਣ ਲੱਗਦਾ ਹੈ ਤਾਂ ਉਸ ਵੇਲੇ ਕਹਿੰਦਾ ਕਿ ਹੇ ਪਰਮੇਸ਼ਰ, ਮੈਂ ਤੇਰੇ ਆਸਰੇ ਬੀਜਦਾ, ਖੇਤੀ ਚੰਗੀ ਹੋਵੇ। ਤੇ ਪਹਿਲਾਂ ਜਿਹੜੇ ਸਾਡੇ ਪੁਰਾਣੇ ਬਜ਼ੁਰਗ ਹੁੰਦੇ, ਉਹ ਸਭ ਤੋਂ ਪਹਿਲਾ ਓੜਾ ਪ੍ਰਮਾਤਮਾ ਦੇ ਨਾਮ ਦਾ ਬੀਜਦੇ। ਪ੍ਰਮਾਤਮਾ, ਇਹ ਇੱਕ ਓੜਾ ਤੇਰੇ ਨਾਮ ਦਾ, ਜਿੰਨੀ ਇਹਦੀ ਕਣਕ ਹੋਊਗੀ ਤੇਰੇ ਦਰ ਤੇ ਸਿੱਟੂਗਾ, ਭਾਵੇਂ ਡੇਰੇ ਵਿੱਚ ਸਿੱਟਾਂ, ਭਾਵੇਂ ਮਸੀਤ ਵਿੱਚ ਸਿੱਟਾਂ, ਭਾਵੇਂ ਮੰਦਿਰ ਵਿੱਚ ਸਿੱਟਾਂ। ਫਿਰ ਇਸ ਤਰ੍ਹਾਂ ਸਮਾਜ ਦੇ ਨਾਂ ਦਾ, ਸਾਂਝੀਆਂ ਜਗ੍ਹਾ ਦੇ ਨਾਂ ਦਾ ਬੀਜਦੇ, ਵੀ ਇਹ ਸਾਂਝੀ ਜਗ੍ਹਾ ਤੇ ਕਿਤੇ ਵੀ ਕੋਈ ਲੋੜ ਪਵੇ ਉੱਥੇ ਵਰਤੂੰਗਾ। ਫਿਰ ਚਿੜੀਆਂ ਦਾ, ਜਨੌਰਾਂ ਦਾ, ਕੱਲੇ ਕੱਲੇ ਜਾਨਵਰ ਦਾ ਨਾਮ ਲੈਂਦੇ। ਕਹਿਣ ਤੋਂ ਭਾਵ ਇਹ ਚਿੜੀ ਦਾ, ਇਹ ਕਾਂ ਦਾ, ਇਹ ਬਗਲੇ ਦਾ,
ਇਹ ਔਰ ਵੱਖਰੇ ਵੱਖਰੇ ਨਾਂ ਲੈ ਕੇ ਫਿਰ ਉਹ ਜਿੰਨੇ ਓੜੇ ਕੱਢੇ ਜਾਂਦੇ ਓਨੇ ਓੜੇ ਉਹ ਫਿਰ ਵੱਖਰੋ ਵੱਖਰੇ ਰੂਪ ਵਿੱਚ ਦਿੰਦੇ। ਇੰਨੇ ਧਰਮੀ ਸੀ ਲੋਕ। ਅੱਜ ਤਾਂ ਸਭ ਤੋਂ ਪਹਿਲਾਂ ਜਦੋਂ ਬੰਦਾ ਬੀਜਣ ਵਾਸਤੇ ਟਰੈਕਟਰ ਕੱਢਦਾ ਹੈ, ਤਾਂ ਪਤਾ ਨਹੀਂ ਉਹਦੇ ਗਾਣਾ ਲੱਗਿਆ ਹੁੰਦਾ ਕੋਈ ਪੁੱਠਾ ਸਿੱਧਾ ਜਾ, ਤੇ ਉਹ ਫਿਰ ਸੁਣਦਾ ਜਾਂਦਾ ਹੈ। ਉੱਥੇ ਜਾ ਕੇ ਵੀ ਨਾ ਕੋਈ ਮੱਥਾ ਟੇਕਣਾ, ਨਾ ਕੋਈ ਰੱਬ ਦਾ ਨਾਮ ਲੈਣਾ, ਐਂ ਬੀਜਣ ਲੱਗ ਜਾਣਾ ਬਸ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ, ਮੈਂ ਸਤ ਕਾ ਹਲ ਜੋ ਆਇਆ। ਅਸੀਂ ਇਸ ਤਰ੍ਹਾਂ, ਹੇ ਪਰਮੇਸ਼ਰ, ਮੈਂ ਤੇਰੇ ਆਸਰੇ ਬੀਜਦਾ, ਖੇਤੀ ਚੰਗੀ ਹੋਵੇ, ਦਸਵਾਂ ਦਸੌਂਤ ਕੱਢੂੰਗਾ। ਏਦਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ, ਨਾਉ ਬੀਜਣ ਲੱਗਾ ਆਸ ਕਰ, ਹਰ ਬੋਹਲ ਵਖਸ ਜਮਾਏ ਜੀਓ। ਹੇ ਮੇਰੇ ਮਾਲਕ, ਅਸੀਂ ਨਾਮ ਰੂਪ ਬੀਜ ਨੂੰ ਗੁਰਾਂ ਤੋਂ ਸ਼ਰਾਵਣ ਕਰਨ ਰੂਪ ਬੀਜਦੇ ਹਾਂ, ਤੇਰੀ ਪ੍ਰਾਪਤੀ ਦੀ ਆਸਾ ਕਰਕੇ। ਹੇ ਮੇਰੇ ਮਾਲਕ ਵਾਹਿਗੁਰੂ ਜੀ, ਪਿਆਰੇ ਜੀ, ਮੰਨਣ ਕਰਨ ਰੂਪ ਜਮਾਏ ਜਮਾਉਂਦੇ ਹਾਂ। ਨਿਧਿਆਸਨ ਇਕਾਗਰ ਚਿਤ ਹੋ ਕੇ ਅਭਿਆਸ ਕਰਨੇ ਹਾਂ। ਨਿਧਿਆਸਨ ਕਰਨ ਰੂਪ ਪੱਕਣਾ ਹੈ। ਹੇ ਪਿਆਰੇ ਜੀ, ਸਖਿਆਤ ਕਾਰ ਪ੍ਰਗਟ ਹੋਣ ਰੂਪ ਬੋਹਲ ਲਗਾਉਣਾ ਕਰੋ। ਬਖਸ਼ਿਸ਼ ਕਰਕੇ ਬ੍ਰਹਮ ਆਨੰਦ ਰੂਪ ਬੋਹਲ ਲਾ ਦਿਓ, ਬ੍ਰਹਮ ਦੇ ਵਿੱਚ ਮਿਲਾਪ ਕਰਾ ਦਿਓ। ਹਉ ਗੌਰ ਮਿਲ ਇੱਕ ਪਛਾਣਦਾ। ਮੈਂ ਤਾਂ ਭਾਵ ਗੁਰੂ ਅਰਜਨ ਦੇਵ ਜੀ ਕਹਿ ਰਹੇ ਨੇ ਕਿ ਅਸੀਂ ਗੁਰੂ ਰਾਮਦਾਸ ਜੀ ਨਾਲ ਮਿਲ ਕੇ ਇੱਕ ਪ੍ਰਭੂ ਨੂੰ ਪਛਾਣਦੇ ਹਾਂ। ਦੋਇਆ ਦੋਇਆ ਕਾਗਲ, ਕਾਗਲ ਇਕੱਠਾ ਕਰਨਾ, ਦੱਦੇ ਨੂੰ ਔਂਕੜ, ਈੜੀ ਨੂੰ ਸਿਹਾਰੀ, ਐੜੇ ਨੂੰ ਕੰਨਾ, ਦੋਇਆ ਦੋਇਆ ਕਾਗਲ ਜਾਣਦਾ। ਔਰ ਕਾਗਲ ਤੇ ਵਿਸਰਾਮ, ਚਿੱਤ ਨਾ ਜਾਣਦਾ। ਪਾਤਸ਼ਾਹ ਕਹਿੰਦੇ ਅਸੀਂ ਦਵੈਤ ਦੀਆਂ ਗੱਲਾਂ ਵਿੱਚ ਚਿੱਤ ਵਿੱਚ ਜਾਣਦੇ ਨਹੀਂ ਹਾਂ ਕਿ ਦਵੈਤ ਹੁੰਦੀ ਕੀ ਆ। ਕਾਗਲ ਹਿਰਦੇ ਰੂਪ ਕਾਗਜ਼ ਤੇ ਦਵੈਤ ਦੀਆਂ ਗੱਲਾਂ ਚਿਤਰਨੀਆਂ ਨਹੀਂ ਜਾਣਦੇ। ਹਰ ਏਕਤਾ ਕਾਰੈ ਲਾਏ ਓਨ, ਜਿਉ ਭਾਵੈ ਤਿਵੈ ਨਿਵਾਹੇ ਜੀਉ। ਪਾਤਸ਼ਾਹ ਕਹਿੰਦੇ ਇੱਕੋ ਹੀ ਭਗਤੀ ਦੀ ਕਾਰ ਕੰਮ ਭਾਵ ਸੇਵਾ ਵਿੱਚ ਲਾ ਦਿੱਤਾ ਹੈ। ਹੇ ਹਰੀ ਪਰਮੇਸ਼ਰ, ਹੁਣ ਜਿਵੇਂ ਆਪ ਨੂੰ ਭਾਉਂਦਾ ਹੈ, ਉਸੇ ਤਰ੍ਹਾਂ ਸਿਰੇ ਤੱਕ ਨਿਵਾਹੇ ਜੀਓ, ਨਿਭਾ ਦੇਵੋ ਮਾਲਕ। ਸਤਿਗੁਰੂ ਪਾਤਸ਼ਾਹ ਕਿਰਪਾ ਕਰਕੇ। ਤੁਸੀਂ ਭੋਗੇ ਹੋ, ਪੁੰਚ ਹੋ, ਭਾਈ ਹੋ। ਪਾਤਸ਼ਾਹ ਜੀ ਕਹਿੰਦੇ ਹਨ, ਹੇ ਮਹਾਦੇਵ ਜੀ ਪਰਮੇਸ਼ਰ, ਚੇਤਨ ਦੀ ਸਾਰੇ ਅੰਸ਼ ਹੋਣ ਕਰਕੇ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਭਾਈ ਸਾਲੋ ਜੀ, ਹੇ ਭਰਾਵੋ, ਇਹਨਾਂ ਨੂੰ ਸੰਬੋਧਨ ਕਰਕੇ ਕਹਿੰਦੇ ਹਨ। ਔਰ ਤੁਸੀਂ ਬ੍ਰਹਮ ਆਨੰਦ ਰੂਪੀ ਬੋਹਲ ਨੂੰ ਆਪ ਹੀ ਭੋਗੇ ਹੋ, ਛਕਣਾ ਕਰੋ। ਭਾਵ ਆਪ ਵੀ ਬ੍ਰਹਮ ਗਿਆਨ ਦੇ ਆਨੰਦ ਨੂੰ ਮਾਨਣਾ ਕਰੋ, ਤੇ ਹੋਰਨਾਂ ਨੂੰ ਪੁੰਚਾਵਣਾ ਭਾਵ ਖਿਲਾਉਣਾ ਕਰੋ। ਸ਼ਰਾਵਣ ਕਰਨ ਰੂਪ ਭੋਗਣਾ ਕਰੋ, ਮੰਨਣ ਕਰਨ ਰੂਪ ਪੁੰਚਣਾ ਕਰੋ। ਗੁਰ ਦੀਵਾਨ ਕਵਾਏ ਪੈਨਾਈਓ। ਪਾਤਸ਼ਾਹ ਜੀ ਕਹਿੰਦੇ ਹਨ, ਧੰਨ ਗੁਰੂ ਰਾਮਦਾਸ ਜੀ ਨੇ ਸਾਨੂੰ ਦੀਵਾਨ ਸਭਾ ਭਾਵ ਸੰਗਤ ਦੀ ਦੀਵਾਨ ਵਿੱਚ ਗੁਰਤਾ ਗੱਦੀ ਦੀ ਕਵਾਏ ਪੋਸ਼ਾਕ ਪਹਿਨਣਾ ਕੀਤੀ ਹੈ, ਬਣਾ ਦਿੱਤੀ ਹੈ। ਹਉ ਹੁਆ ਮਾਹਰ ਪਿੰਡ ਦਾ ਬੰਨ ਆਦੇ ਪੰਜ ਸਰੀਕ ਜੀਓ। ਅਸੀਂ ਸਰੀਰ ਰੂਪੀ ਪਿੰਡ ਦੇ ਮਾਹਰ ਕਹੀਏ ਭੇਤੀ ਹੋ ਗਏ ਹਾਂ। ਪੰਜ ਸਰੀਕ ਕਾਮ, ਕ੍ਰੋਧ, ਹੰਕਾਰ ਆਦਿਕ। ਔਰ ਸਰੀਕ ਦੁਸ਼ਮਣਾਂ ਨੂੰ ਸਮਦਮ ਸਾਧਨਾ ਰੂਪੀ ਰੱਸਿਆਂ ਨਾਲ ਇਕੱਠੇ ਹੀ ਔਰ ਵਾਧੇ ਕਹੀਏ, ਵਾਹਿਗੁਰੂ, ਬੰਨ ਕਰਕੇ ਗੁਰਾਂ ਦੀ ਸ਼ਰਨ ਵਿੱਚ ਔਰ ਸੰਗਤ ਵਿੱਚ ਪਿਆਰੇ ਜੀ ਔਰ ਲਿਆਂਦੇ ਹਨ। ਹੇ ਸਤਿਗੁਰੂ ਜੀ, ਹਉ ਆਇਆ ਸਾਮੈ ਤੇ ਹੰਡਿਆ। ਅਸੀਂ ਕਾਮ, ਕ੍ਰੋਧ ਆਦਿਕ ਸਰੀਕਾਂ ਨੂੰ ਬਸ ਕਰਨ ਦਾ ਮਾਣ ਨਹੀਂ ਕਰਦੇ ਹਾਂ।
ਇਸ ਕਰਕੇ ਇਹ ਬੇਨਤੀ ਕਰਦੇ ਹਾਂ ਸਤਿਗੁਰੂ ਜੀ, ਔਰ ਹੇ ਪਰਮੇਸ਼ਰ ਜੀ, ਅਸੀਂ ਤੇਰੀ ਸ਼ਾਮਾ ਕਹੀਏ ਸ਼ਰਨ ਆਏ ਹਾਂ। ਤੇ ਹੰਡੀਆਂ ਤੇ ਹੰਡੀਆ ਭਾਵ ਤੇਰੀ, ਤੇਰੀ ਸ਼ਰਨ ਆਏ ਹਾਂ। ਪੰਜ ਕਰਸਾਣ ਮੁਜੇਰੇ ਮਿਹੱਡਿਆ। ਪਾਤਸ਼ਾਹ ਕਹਿੰਦੇ ਮੇਰੇ ਕਾਮ ਕਰੋ ਰੂਪੀ ਪੰਜੇ ਕਰਸਾਨ ਮਜੇਰੇ ਭਾਵ ਮਜਾਰੇ ਕਾਮੇ ਭਾਵ ਨੌਕਰ ਬਣ ਗਏ ਹਨ ਆਪ ਜੀ ਦੀ ਕਿਰਪਾ ਸਦਕਾ। ਕੰਨ ਕੋਈ ਕੱਢ ਨਾ ਹੰਗਈ, ਨਾਨਕ ਬੁੱਠਾ ਘੁੱਗ ਗਰਾਓ ਜੀਓ। ਪੰਜੇ ਕੰਨ ਕਹੀਏ ਕੰਨਾ ਮੋਢਾ ਅੱਗੇ ਨਹੀਂ ਕੱਢ ਸਕਦੇ, ਸੰਕਲਪ ਫੁਰਨੇ ਉਠਾਉਣ ਰੂਪ ਕੰਨਾ ਮੋਢਾ ਨਹੀਂ ਕੱਢ ਸਕਦੇ। ਹੰਗਈ ਖੰਗੂਰਾ ਮਾਰਦੇ ਹਨ, ਜੋ ਖੰਗੂਰਾ ਖੰਗਦੇ ਵੀ ਨਹੀਂ ਹਨ, ਭਾਵ ਜ਼ੋਰ ਪਾ ਕੇ ਅੰਦਰੋਂ ਕਦੇ ਕਦੇ ਆਪਣੀ ਤਾਕਤ ਦਿਖਾਉਣ ਰੂਪੀ ਖੰਗੂਰਾ ਮਾਰਦੇ ਹਨ, ਇਦਾਂ ਉਹ ਨਹੀਂ ਕਰ ਸਕਦੇ। ਆਪਣੀ ਵਿਸ਼ਿਆਂ ਦੀ ਤਾਕਤ ਦਾ ਭਰਾਵਾ ਦਿਖਾਉਣ ਰੂਪ ਖੰਘ ਨਹੀਂ ਸਕਦੇ। ਨਾਨਕ ਬੁੱਠਾ ਸਰੂਪ ਸਰੀਰ ਰੂਪ ਗੁਰੂ ਪਾਤਸ਼ਾਹ ਜੀ ਕਹਿੰਦੇ ਹਨ, ਸਰੀਰ ਰੂਪ ਗਰਾਓ ਕਹੀਏ ਨਗਰ, ਸੰਗਤ ਰੂਪੀ ਨਗਰ ਹੁਣ ਸ਼ੁਭ ਗੁਣਾਂ ਦੇ ਸਹਿਤ ਬੁੱਠਾ ਕਹੀਏ ਪ੍ਰਸੰਨਤਾ ਦੁਆਰਾ ਘੁੱਗ ਫੱਬ ਕਰਕੇ ਵਸ ਗਿਆ ਹੈ।